ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਗੁਰੂ ਜੀ ਦੀ ਬਿਰਤਾ ਦੀ ਮਹਿਮਾ ਸੁਣ ਕੇ ਰਾਜਾ ਫਤਿਹ ਸ਼ਾਹ ਗੜਵਾਲ ਸ਼੍ਰੀ ਨਗਰਵਾਲਾ ਇੱਕ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਰਾਜੇ ਨੇ ਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਕੁਝ ਚੰਗੇ ਸ਼ਸਤਰ ਬਸਤਰ ਅਤੇ ਘੋੜੇ ਭੇਟਾ ਕੀਤੇ। ਗੁਰੂ ਜੀ ਦਾ ਤੇਜ ਪ੍ਰਤਾਪ ਵੇਖ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ। ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਨੂੰ ਸਮਝਾਇਆ ਕਿ ਤੁਹਾਨੂੰ ਰਾਜੇ ਮੇਦਨੀ ਪ੍ਰਕਾਸ਼ ਆਪਣੇ ਗੁਆਂਢੀ ਨਾਲ ਵੈਰ ਭਾਵ ਨਹੀਂ ਰੱਖਣਾ ਚਾਹੀਦਾ, ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਤੁਹਾਡੇ ਦੋਹਾਂ ਵਾਸਤੇ ਸੁਖਦਾਈ ਹੋਵੇਗਾ। ਉਪਰੰਤ ਗੁਰੂ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਸੱਦ ਕੇ ਦੋਹਾਂ ਰਾਜਿਆਂ ਦੀ ਸੁਲਹ ਕਰਾ ਦਿੱਤੀ। ਦੂਸਰੇ ਦਿਨ ਗੁਰੂ ਜੀ ਦੋਹਾਂ ਰਾਜਿਆਂ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਗਏ। ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਕਰਕੇ ਜਦ ਆਪ ਜੀ ਵਾਪਸ ਆ ਰਹੇ ਸਨ ਤਾਂ ਇੱਕ ਪਹਾੜੀਏ ਨੇ ਆਪ ਜੀ ਨੂੰ ਦੱਸਿਆ ਕਿ ਇੱਥੇ ਜੰਗਲ ਵਿੱਚ ਇੱਕ ਬੜਾ ਖੂਨੀ ਸ਼ੇਰ ਰਹਿੰਦਾ ਹੈ, ਜਿਸ ਨੇ ਅਨੇਕਾਂ ਪਸ਼ੂ ਮਾਰ ਖਪਾਏ ਹਨ। ਫਿਰ ਗੁਰੂ ਜੀ ਨੂੰ ਉਹ ਪਹਾੜੀਆਂ ਇੱਕ ਸੰਘਣੇ ਜੰਗਲ ਵਿੱਚ ਲੈ ਗਿਆ। ਗੁਰੂ ਜੀ ਨੇ ਸ਼ੇਰ ਦੇ ਟਿਕਾਣੇ ਨੂੰ ਆਪਣੇ ਯੋਧਿਆਂ ਨਾਲ ਘੇਰਾ ਪਾ ਲਿਆ ਅਤੇ ਆਪ ਕੁਝ ਯੋਧਿਆਂ ਨਾਲ ਸ਼ੇਰ ਦੀ ਭਾਲ ਕਰਨ ਲੱਗੇ। ਸ਼ੇਰ ਨੇ ਜਦ ਘੋੜਿਆਂ ਦੇ ਸੁੰਮਾਂ ਅਤੇ ਸ਼ਿਕਾਰੀਆਂ ਦੇ ਹੰਗਾਰੇ ਦੀ ਆਵਾਜ਼ ਸੁਣੀ ਤਾਂ ਉਹ ਭਬਕਾ ਮਾਰਦਾ ਹੋਇਆ ਉੱਠ ਖੜਾ ਹੋਇਆ। ਗੁਰੂ ਜੀ ਨੇ ਸਾਰੇ ਆਪਣੇ ਅਤੇ ਪਹਾੜੀ ਰਾਜਿਆਂ ਦੇ ਯੋਧਿਆਂ ਨੂੰ ਲਲਕਾਰਿਆ ਕਿ ਕੋਈ ਜਿਹੜਾ ਸੂਰਮਾ ਇਸ ਸ਼ੇਰ ਨੂੰ ਢਾਲ ਤਲਵਾਰ ਨਾਲ ਮਾਰੇਗਾ, ਅਸੀਂ ਉਸ ਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ। ਗੁਰੂ ਜੀ ਦੀ ਲਲਕਾਰ ਸੁਣ ਕੇ ਜਦ ਕੋਈ ਯੋਧਾ ਸ਼ੇਰ ਨੂੰ ਮਾਰਨ ਵਾਸਤੇ ਅੱਗੇ ਨਾ ਹੋਇਆ ਤਾਂ ਗੁਰੂ ਜੀ ਘੋੜੇ ਤੋਂ ਉਤਰ ਕੇ ਅਤੇ ਢਾਲ ਤਲਵਾਰ ਫੜ ਕੇ ਆਪ ਸ਼ੇਰ ਨੂੰ ਲਲਕਾਰ ਮਾਰ ਕੇ ਉਸ ਦੇ ਸਾਹਮਣੇ ਜਾ ਹੋਏ। ਜਦ ਸ਼ੇਰ ਨੇ ਭਬਕ ਮਾਰ ਕੇ ਆਪ ਜੀ ਉੱਪਰ ਛਾਲ ਮਾਰੀ ਤਾਂ ਆਪ ਜੀ ਨੇ ਝੱਟ ਹੀ ਸਿੰਘ ਆਸਨ ਲਾ ਕੇ ਖੱਬੇ ਹੱਥ ਨਾਲ ਢਾਲ ਸ਼ੇਰ ਦੇ ਅੱਗੇ ਕਰ ਦਿੱਤੀ ਅਤੇ ਸੱਜੇ ਹੱਥ ਨਾਲ ਤਲਵਾਰ ਵਾਹ ਕੇ ਉਸ ਦਾ ਪੇਟ ਚਾਕ ਦਿੱਤਾ। ਸ਼ੇਰ ਧਰਤੀ ਉੱਤੇ ਡਿੱਗ ਪਿਆ, ਜਿਸ ਨੂੰ ਵੇਖ ਕੇ ਸਾਰੇ ਯੋਧੇ ਅਤੇ ਦੋਵੇਂ ਰਾਜੇ ਪ੍ਰਸੰਨਤਾ ਨਾਲ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ। ਉਪਰੰਤ ਗੁਰੂ ਜੀ ਨੇ ਸਭ ਨੂੰ ਦੱਸਿਆ ਕਿ ਇਸ ਸ਼ੇਰ ਦਾ ਮਨੁੱਖਾ ਜਨਮ ਪਾਂਡਵਾਂ ਦੀ ਕੁੱਲ ਵਿੱਚ ਹੋਇਆ ਸੀ। ਕੈਰਵਾਂ ਨਾਲ ਯੁੱਧ ਸਮੇਂ ਇਸ ਨੇ ਕਈ ਯੋਧਿਆਂ ਨੂੰ ਵੱਲ ਛਲ ਨਾਲ ਮਾਰਿਆ ਸੀ, ਜਿਸ ਕਰਕੇ ਇਸ ਨੂੰ ਕਈ ਤਾਮਸੀ ਜੂਨਾਂ ਭੋਗ ਕੇ ਸ਼ੇਰ ਦੀ ਜੂਨ ਮਿਲੀ। ਹੁਣ ਸਾਡੇ ਤੋਂ ਮਰਨ ਕਰਕੇ ਇਸ ਦਾ ਜਨਮ ਮਰਨ ਮਿਟ ਗਿਆ ਹੈ। ਇਸ ਵਾਰਤਾ ਨੂੰ ਸੁਣ ਕੇ ਸਾਰੇ ਸਮਾਜ ਨੇ ਬੜੀ ਅਚਰਜਤਾ ਪ੍ਰਗਟ ਕੀਤੀ। ਪੀਰ ਬੁੱਧੂ ਸ਼ਾਹ ਕੁਝ ਸਮਾਂ ਸਤਿਗੁਰ ਜੀ ਦੇ ਦਰਸ਼ਨ ਕਰਨ ਅਤੇ ਉਪਦੇਸ਼ ਲੈ ਕੇ ਬਹੁਤ ਪ੍ਰਸੰਨ ਹੋਇਆ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਮੁਰੀਦਾਂ ਨਾਲ ਵਾਪਸ ਸਡੌਰੇ ਨੂੰ ਚਲਾ ਗਿਆ। ਪੌਂਟੇ ਸਾਹਿਬ ਗੁਰੂ ਜੀ ਦੇ ਦਰਸ਼ਨ ਉਪਦੇਸ਼ ਪ੍ਰਾਪਤ ਕਰਨ ਵਾਸਤੇ ਚੌਂ ਪਾਸਿਆਂ ਤੋਂ ਸਿੱਖ ਸੇਵਕ ਸ਼ਸਤਰ ਘੋੜੇ ਅਤੇ ਬਸਤਰ ਆਦਿਕ ਭੇਟਾ ਲੈ ਕੇ ਆਉਂਦੇ ਅਤੇ ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋ ਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਸ਼ਿਕਾਰ ਦੇ ਬਹਾਨੇ ਜੰਗਲ ਵਿੱਚ ਅਨੇਕਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਉਹਨਾਂ ਦੀ ਮੁਕਤੀ ਕਰ ਦਿੰਦੇ। ਨਗਰ ਦਾਮਲਾ ਜ਼ਿਲ੍ਹਾ ਕਰਨਾਲ ਦੇ ਕੁਝ ਪਠਾਨ ਪਾਤਸ਼ਾਹ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਕੱਢ ਦਿੱਤੇ ਅਤੇ ਪਾਤਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਇਹਨਾਂ ਨੂੰ ਕੋਈ ਨੌਕਰ ਨਾ ਰੱਖੇ। ਇਹ ਸ਼ਾਹੀ ਕਸੂਰਵਾਰ ਨੇ। ਆਪਣੇ ਘਰ ਆਣ ਕੇ ਜਦ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆਪਣੀ ਸੈਨਾ ਵਿੱਚ ਜਵਾਨਾਂ ਨੂੰ ਨੌਕਰ ਰੱਖ ਰਹੇ ਨੇ ਤਾਂ ਇਹ ਪੀਰ ਬੁੱਧੂ ਸ਼ਾਹ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਏ। ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਕਰਕੇ ਗੁਰੂ ਜੀ ਨੇ ਇਹਨਾਂ ਨੂੰ ਆਪਣੀ ਸੈਨਾ ਵਿੱਚ ਨੌਕਰ ਰੱਖ ਲਿਆ। ਇਹਨਾਂ ਵਿੱਚ 456 ਪਿਆਦੇ ਸਿਪਾਹੀ ਅਤੇ ਭੀਖਣ ਖਾਂ, ਕਾਲੇ ਖਾਂ, ਨਿਜਾਬਤ ਖਾਂ ਅਤੇ ਹਯਾਤ ਖਾਂ, ਇਹ 4 ਸਰਦਾਰ ਸਨ। ਗੁਰੂ ਜੀ ਨੇ ਹਰ ਇੱਕ ਸਿਪਾਹੀ ਦਾ 1 ਰੁਪਇਆ ਅਤੇ ਸਰਦਾਰ ਦੇ 5 ਰੁਪਏ ਰੋਜ਼ੀਨਾ ਤਨਖਾਹ ਲਾ ਦਿੱਤੀ।
ਗੁਰੂ ਜੀ ਦੇ ਪ੍ਰਤਾਪ ਦੀ ਦਿਨ ਪ੍ਰਤੀ ਦਿਨ ਮਹਿਮਾ ਸੁਣ ਕੇ ਬਾਬਾ ਰਾਮ ਰਾਏ ਜੀ ਨੇ ਗੁਰੂ ਜੀ ਨਾਲ ਮੇਲ ਕਰਨ ਵਾਸਤੇ ਆਪਣੇ ਇੱਕ ਮਸੰਦ ਨੂੰ ਬਸਤਰ ਵਿਭੂਖਣ ਗੁਰੂ ਜੀ ਦੇ ਭੇਟਾ ਕਰਨ ਵਾਸਤੇ ਦੇ ਕੇ ਪਹੁੰਟਾ ਭੇਜਿਆ ਅਤੇ ਬੇਨਤੀ ਕੀਤੀ ਕਿ ਮੈਂ ਤੁਹਾਨੂੰ ਕਿਸੇ ਨਵੇਕਲੀ ਥਾਂ ਮਿਲਣਾ ਚਾਹੁੰਦਾ ਹਾਂ। ਮਸੰਦ ਪਾਸੋਂ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਆਖ ਭੇਜਿਆ ਕਿ ਅਸੀਂ ਐਤਵਾਰ ਦੂਜ ਥਿੱਤ ਨੂੰ ਬੇੜੀ ਵਿੱਚ ਚੜ੍ਹ ਕੇ ਬੇੜੀ ਦੀ ਸੈਰ ਕਰਾਂਗੇ। ਉਸ ਦਿਨ ਤੁਸਾਂ ਵੀ ਉੱਥੇ ਘਾਟ ਉੱਤੇ ਆ ਜਾਣਾ। ਫਿਰ ਦੋਵੇਂ ਜਾਣੇ ਬੇੜੀ ਵਿੱਚ ਬੈਠ ਕੇ ਮੇਲ ਮਿਲਾਪ ਕਰ ਲਵਾਂਗੇ। ਜਦ ਨੀਅਤ ਕੀਤਾ ਹੋਇਆ ਦੂਜ ਦਾ ਦਿਨ ਆਇਆ ਤਾਂ ਬਾਬਾ ਰਾਮ ਰਾਏ ਜੀ ਅਤੇ ਕੁਝ ਸਿੱਖ ਸੇਵਕ ਨਾਲ ਗੁਰੂ ਜੀ ਨੂੰ ਮਿਲਣ ਵਾਸਤੇ ਨੀਅਤ ਅਸਥਾਨ ਯਮੁਨਾ ਦੇ ਘਾਟ ਉੱਤੇ ਪਹੁੰਚ ਗਏ। ਇੱਧਰ ਗੁਰੂ ਜੀ ਵੀ ਆਪਣੇ ਕੁਝ ਯੋਧਿਆਂ ਨੂੰ ਨਾਲ ਲੈ ਕੇ ਉੱਥੇ ਪਹਿਲਾਂ ਹੀ ਪਹੁੰਚ ਗਏ ਸਨ। ਇਸ ਸਮੇਂ ਗੁਰੂ ਜੀ ਨਾਲ ਦੀਵਾਨ ਨੰਦ ਚੰਦ, ਪ੍ਰੋਹਤ ਦਇਆ ਰਾਮ, ਮਾਮਾ ਕਿਰਪਾਲ ਚੰਦ ਆਦਿ ਗੁਰੂ ਜੀ ਦੇ ਨਿਕਟਵਰਤੀ ਸਨ ਅਤੇ ਬਾਬਾ ਰਾਮ ਰਾਏ ਜੀ ਨਾਲ ਗੁਰਦਾਸ ਅਤੇ ਤਾਰਾ ਮਸੰਦ ਆਦਿਕ ਸੇਵਕ ਸਨ। ਜਦ ਗੁਰੂ ਜੀ ਅਤੇ ਰਾਮ ਰਾਏ ਜੀ ਦੀ ਬੇੜੀ ਵਿੱਚ ਬੈਠ ਕੇ ਦਰਿਆ ਵਿੱਚ ਗਏ ਤਾਂ ਰਾਮ ਰਾਏ ਜੀ ਨੇ ਆਪਣੇ ਮਸੰਦਾਂ ਬਾਬਤ ਗੁਰੂ ਜੀ ਨੂੰ ਦੱਸਿਆ ਕਿ ਇਹ ਕਪਟੀ ਹਨ। ਸਿੱਖਾਂ ਪਾਸੋਂ ਦਸਵੰਧ ਦਾ ਧਨ ਇਕੱਠਾ ਕਰਕੇ ਉਸ ਦਾ ਬਹੁਤਾ ਹਿੱਸਾ ਆਪ ਰੱਖ ਲੈਂਦੇ ਨੇ ਅਤੇ ਬਹੁਤ ਥੋੜਾ ਸਾਨੂੰ ਦਿੰਦੇ ਨੇ। ਸਾਡੀ ਆਗਿਆ ਵੀ ਨਹੀਂ ਮੰਨਦੇ, ਆਪਣਾ ਕੀਤਾ ਹੀ ਕਰਦੇ ਹਨ। ਅਸੀਂ ਇਹਨਾਂ ਪਾਸੋਂ ਬਹੁਤ ਦੁਖੀ ਹਾਂ। ਗੁਰੂ ਜੀ ਨੇ ਸਾਰੀ ਗੱਲ ਸੁਣ ਕੇ ਸਮਝ ਕੇ ਰਾਮ ਰਾਏ ਜੀ ਨੂੰ ਧੀਰਜ ਅਤੇ ਭਰੋਸਾ ਦਿੱਤਾ ਕਿ ਅਸੀਂ ਸਮੇਂ ਸਿਰ ਇਹਨਾਂ ਸਭਨਾਂ ਦਾ ਸੁਧਾਰ ਕਰਕੇ ਤੁਹਾਡਾ ਕਸ਼ਟ ਦੂਰ ਕਰਾਂਗੇ। ਤੁਸੀਂ ਕੋਈ ਚਿੰਤਾ ਨਾ ਕਰੋ। ਜਦ ਗੁਰੂ ਜੀ ਅਤੇ ਬਾਬਾ ਰਾਮ ਰਾਏ ਜੀ ਵਾਪਸ ਕਿਨਾਰੇ ਉੱਤੇ ਆਣ ਕੇ ਬੇੜੀ ਤੋਂ ਉਤਰੇ ਤਾਂ ਗੁਰੂ ਜੀ ਦੇ ਸਿੱਖਾਂ ਨੇ ਦਰਸ਼ਨ ਕਰਕੇ ਦੋਹਾਂ ਨੂੰ ਨਮਸਕਾਰ ਕੀਤੀ, ਪਰ ਰਾਮ ਰਾਏ ਜੀ ਨੇ ਮਸੰਦ ਸੇਵਕ ਅੱਖਾਂ ਮੀਟ ਕੇ ਗੁਰੂ ਜੀ ਵੱਲ ਪਿੱਠ ਕਰਕੇ ਖੜੇ ਹੋ ਗਏ। ਇਹ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਰਾਮ ਰਾਏ ਦੀ ਸੰਗਤ ਭੂਤਨੀ ਹੈ, ਜਿਸ ਨੂੰ ਸਾਡਾ ਦਰਸ਼ਨ ਨਹੀਂ ਪਾਉਂਦਾ। ਜਦ ਰਾਮ ਰਾਏ ਜੀ ਗੁਰੂ ਜੀ ਪਾਸੋਂ ਵਿਦਾ ਹੋ ਕੇ ਚਲੇ ਗਏ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਪੁੱਛਿਆ, ਤੁਸਾਂ ਰਾਮ ਰਾਏ ਜੀ ਨੂੰ ਕੀ ਰੂਪ ਸਮਝ ਕੇ ਵੇਖਿਆ ਅਤੇ ਨਮਸਕਾਰ ਕੀਤੀ ਸੀ? ਸਿੱਖਾਂ ਨੇ ਕਿਹਾ, ਮਹਾਰਾਜ, ਅਸੀਂ ਉਹਨਾਂ ਨੂੰ ਆਪ ਜੀ ਦਾ ਰੂਪ ਹੀ ਵੇਖ ਕੇ ਨਮਸਕਾਰ ਕੀਤੀ ਸੀ। ਗੁਰੂ ਜੀ ਨੇ ਕਿਹਾ, ਗੁਰੂ ਕੇ ਸਿੱਖਾ, ਤੂੰ ਐਸਾ ਵਿਸ਼ਵਾਸ ਤੈਨੂੰ ਹੋਣਾ ਚਾਹੀਦਾ ਹੈ। ਉਧਰ ਜਦ ਬਾਬਾ ਰਾਮ ਰਾਏ ਜੀ ਨੇ ਆਪਣੇ ਸਿੱਖਾਂ ਨੂੰ ਪੁੱਛਿਆ ਕਿ ਤੁਸਾਂ ਅੱਖਾਂ ਮੀਟ ਕੇ ਗੁਰੂ ਜੀ ਵੱਲ ਪਿੱਠ ਕਿਉਂ ਕਰ ਲਈ ਸੀ, ਤਾਂ ਉਹਨਾਂ ਨੇ ਕਿਹਾ, ਅਸੀਂ ਕਿਸੇ ਦੂਸਰੇ ਗੁਰੂ ਦਾ ਦਰਸ਼ਨ ਨਹੀਂ ਸੀ ਕਰਨਾ ਚਾਹੁੰਦੇ, ਇਸ ਕਰਕੇ ਅਸਾਂ ਇਹ ਕਰਤੱਵ ਕੀਤਾ ਸੀ। ਇਹ ਸੁਣ ਕੇ ਰਾਮ ਰਾਏ ਜੀ ਨੇ ਕ੍ਰੋਧ ਨਾਲ ਕਿਹਾ, ਤੁਸੀਂ ਠੀਕ ਹੀ ਗੁਰੂ ਜੀ ਦੇ ਬਚਨਾਂ ਅਨੁਸਾਰ ਭੂਤ ਜੋਨੀ ਦੇ ਅਧਿਕਾਰੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।